ਕਹਾਂ ਲੱਗ ਇਹ ਕੀਟ ਬਖਾਨੈ। ਮਹਿਮਾ ਤੋਰ ਤੂਹੀ ਪ੍ਰਭ ਜਾਨੈ। ਪਿਤਾ ਜਨਮ ਜਿਵ ਪੂਤ ਨ ਪਾਵੈ। ਕਹਾਂ ਤਵਨ ਕਾ ਭੇਦ ਬਤਾਵੈ। ਤੁਮਹਿ ਪ੍ਰਭਾ ਤੁਮਹਿ ਬਨ ਆਈ। ਔਰਨ ਤੇ ਲਗ ਜਾਤ ਬਿਤਾਈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ। ਨਾਨਕ ਹਰ ਗੁਣ ਗਾਓ। ਸੁਖਾਉ ਟਲ ਗੁਰ ਸੇਵੀਐ। ਐਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ। ਡੋਰੇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦ ਸ਼ਾਹ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੁ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾਂ। ਮੇਰਾ ਲਾਗੋ ਰਾਮ ਸਿਉ ਹੇਤ। ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁੱਖ ਕਾ ਕਾਟਿਆ ਕੇਤ ਰਹਾਉ। ਹਾਥ ਦੇ ਰਾਖਿਓ ਆਪਣਾ ਕਰ। ਬਿਰਥਾ ਸਗਲ ਮਿਟਾਈ। ਨਿੰਦਕ ਕੇ ਮੁਖ ਕਾਲੇ ਕੀਨੇ। ਜਨ ਕਾ ਆਪ ਸਹਾਈ। ਮੇਰਾ ਲਾਗੋ ਰਾਮ ਸਿਉ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਦੇ ਵਿੱਚ ਆਪ ਸੰਗਤਾਂ ਨੇ ਸਤਿਗੁਰਾਂ ਦੀ ਗੁਰਬਾਣੀ ਜੋ ਹੈ ਕੀਰਤਨ ਦੇ ਅੰਦਰ ਸਰਵਣ ਕੀਤੀ ਹੈ। ਨਿਤਨੇਮ ਦੇ ਅੰਦਰ ਸਰਵਣ ਕੀਤੀ ਹੈ। ਸਤਿਗੁਰੂ ਜੀਆਂ ਨੇ ਇਹ ਬਚਨ ਆਪਾਂ ਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵੋ ਹੋ ਸੱਚੀ ਬਾਣੀ। ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆਂ, ਉਹਨਾਂ ਬਚਨਾਂ ਨੂੰ ਮੰਨਦਿਆਂ ਹੋਇਆਂ ਆਪਾਂ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰਨ ਹਿੱਤ। ਸਤਿਗੁਰਾਂ ਨੇ ਇਹ ਸਾਨੂੰ ਬੜਾ ਹੀ ਕੀਮਤੀ ਤੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਬਹੁਤ ਥਾਵਾਂ 'ਤੇ ਸੰਗਤ ਇਹਨਾਂ ਬਚਨਾਂ ਨੂੰ ਸਰਵਣ ਕਰਨ ਵਾਸਤੇ ਤਰਸਦੀ ਹੈ। ਉਹਨਾਂ ਕੋਲ ਸਮਾਂ ਨਹੀਂ ਜਾਂ ਉਹਨਾਂ ਦੇ ਕੋਲ ਐਸਾ ਸਾਧਨ ਨਹੀਂ ਹੈ ਕਿ
ਕਿ ਇਸ ਤਰ੍ਹਾਂ ਆਪਣਾ ਮਨੁੱਖਾ ਜਨਮ ਦਾ ਸਮਾਂ ਜਿਹੜਾ ਹੈ ਉਹ ਗੁਰੂ ਗੋਦ ਵਿੱਚ ਬੈਠ ਕੇ ਸਫਲਾ ਕਰ ਲੈਣ। ਇਹ ਸਾਨੂੰ ਵੱਡੇ ਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ, ਜੋ ਸਾਨੂੰ ਐਸਾ ਸਮਾਂ ਮਹਾਰਾਜ ਆਪਣੀ ਕਿਰਪਾ ਨਾਲ ਬਖਸ਼ਿਸ਼ ਕਰਦੇ ਨੇ। ਅਸੀਂ ਗੁਰੂ ਪਾਤਸ਼ਾਹ ਦੀ ਗੋਦੀ ਵਿੱਚ ਬੈਠ ਕੇ ਅੰਮ੍ਰਿਤ ਬਚਨ ਸੁਣ ਕੇ, ਅੰਮ੍ਰਿਤ ਰੂਪ ਬਾਣੀ ਨੂੰ ਪੜ੍ਹ ਕੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣਦੇ ਹਾਂ। ਇਸ ਵੇਲੇ ਸਤਿਗੁਰਾਂ ਦਾ ਅੰਮ੍ਰਿਤ ਉਪਦੇਸ਼ ਜੋ ਪ੍ਰਾਪਤ ਹੋ ਰਿਹਾ ਹੈ, ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦਾ ਇਹ ਸ਼ਬਦ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਨੂੰ ਰਚਨਹਾਰ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਜੋ ਹੈ ਆਪਣੇ ਮੁਖਾਰ ਬਿੰਦ ਤੋਂ ਬਖਸ਼ਿਸ਼ ਕਰਦੇ ਹਨ। ਮੇਰਾ ਲਾਗੋ ਰਾਮ ਸਿਉ ਹੇਤ। ਕਹਿਣ ਲੱਗੇ ਸਾਡਾ ਉਸ ਰਾਮ ਦੇ ਨਾਲ ਹੇਤ ਕਹੀਏ ਪ੍ਰੇਮ ਲੱਗਾ ਹੈ। ਦੁਨੀਆ ਦੇ ਲੋਕਾਂ ਨੇ ਦੁਨੀਆ ਦੇ ਪਦਾਰਥਾਂ ਦੇ ਨਾਲ ਪ੍ਰੇਮ ਲਾ ਲਿਆ, ਪਰ ਕਹਿਣ ਲੱਗੇ ਅਸੀਂ ਦੁਨੀਆ ਦੇ ਪਦਾਰਥਾਂ ਨੂੰ ਛੱਡ ਕੇ ਪਰੇ ਕਰਕੇ ਇੱਕ ਰਾਮ ਦੇ ਨਾਲ ਹੇਤ ਲਾਇਆ, ਰਾਮ ਦੇ ਨਾਲ ਪ੍ਰੇਮ ਲਾਇਆ। ਕੇਵਲ ਅਸੀਂ ਰਾਮ ਨੂੰ ਪ੍ਰੇਮ ਕਰਨ ਵਾਲੇ ਹਾਂ। ਮੇਰਾ ਲਾਗੋ ਰਾਮ ਸਿਉ ਹੇਤ, ਜੋ ਰਾਮ ਰਮਿਆ ਹੋਇਆ ਹੈ। ਇੱਥੇ ਰਾਮ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ, ਇੱਥੇ ਰਾਮ ਕਿਸੇ ਰਾਜੇ ਦਾ ਨਾਮ ਨਹੀਂ ਹੈ, ਇੱਥੇ ਰਾਮ ਕਿਸੇ ਅਵਤਾਰ ਦਾ ਨਾਮ ਨਹੀਂ ਹੈ। ਇੱਥੇ ਰਾਮ ਤੋਂ ਭਾਵ ਹੈ ਜਿਹੜਾ ਰਮਿਆ ਹੋਇਆ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਲੇਪਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭਹੂ ਤੇ ਨਿਆਰਾ। ਹੁਣ ਇਹ ਰਾਮ ਜਿਹੜਾ ਨਾਮ ਹੈ ਇਹ ਚਾਰ ਤਰ੍ਹਾਂ ਦੇ ਨਾਲ ਆ ਗਿਆ ਹੈ, ਪਰ ਇਹਨਾਂ ਦਾ ਨਾਮ ਲੈਣਾ ਵੱਖ-ਵੱਖ ਵਿਸ਼ੇ ਦੇ ਨਾਲ ਸੰਬੰਧਿਤ ਹੈ। ਪਰ ਜਿਹੜੇ ਰਾਮ ਦੀ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਕਰ ਰਹੇ ਨੇ, ਉਹ ਰਾਮ ਉਹ ਹੈ ਜੋ ਘਟ ਘਟ ਮੈਂ ਲੇਪਾ, ਜਿਹੜਾ ਘਟਾਂ ਘਟਾਂ ਵਿੱਚ ਸਮਾਇਆ ਹੋਇਆ, ਬਿਰਾਜਿਆ ਹੋਇਆ। ਤੇ ਸਤਿਗੁਰੂ ਕਹਿਣ ਲੱਗੇ ਸਾਡਾ ਐਸੇ ਰਾਮ ਦੇ ਨਾਲ ਕਹੀਏ ਭਾਈ ਪ੍ਰੇਮ ਲੱਗ ਗਿਆ। ਅਸੀਂ ਉਸ ਰਾਮ ਦੇ ਨਾਲ ਪ੍ਰੇਮ ਕਰਦੇ ਹਾਂ ਜਿਹੜਾ ਰਾਮ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ। ਸਤਿਗੁਰ ਮੇਰਾ ਸਦਾ ਸਹਾਈ। ਸਤਿਗੁਰਾਂ ਤੋਂ ਪੁੱਛਿਆ ਮਹਾਰਾਜ ਤੁਹਾਡਾ ਰਾਮ ਦੇ ਨਾਲ ਕਿਵੇਂ ਪ੍ਰੇਮ ਲੱਗਾ, ਸਾਡਾ ਕਿਵੇਂ ਲੱਗੇਗਾ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਸਤਿਗੁਰ ਮੇਰਾ, ਮੇਰੇ ਜੋ ਸਤਿਗੁਰੂ ਹਨ ਉਹ ਕੌਣ ਨੇ? ਧੰਨ ਗੁਰੂ ਰਾਮਦਾਸ ਪਾਤਸ਼ਾਹ। ਤੇ ਸਤਿਗੁਰੂ ਗੁਰਮੁਖੋ ਉਹਨੂੰ ਕਿਹਾ ਜਾਂਦਾ ਜਿਹੜਾ ਗੁਰੂ ਦਾ ਵੀ ਗੁਰੂ ਹੋਵੇ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ। ਕਹਿਣ ਲੱਗੇ ਐਸੇ ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਇਸ ਅਵਸਥਾ ਨੂੰ ਪ੍ਰਾਪਤ ਹੋਏ ਹਾਂ। ਸਤਿਗੁਰ ਮੇਰਾ ਸਦਾ ਸਹਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਾਨੂੰ ਛੋਟੇ ਹੁੰਦਿਆਂ ਹੀ ਇਹ ਵਰ ਬਖਸ਼ਿਸ਼ ਕਰ ਦਿੱਤੇ। ਦੋਹੇ ਥਾ ਬਾਣੀ ਕਾ ਬੋਏ ਥਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸਾਡੀ ਛੋਟੀ ਉਮਰ ਦੇ ਵਿੱਚ ਹੀ ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਤੇ ਉਹਨਾਂ ਬਖਸ਼ਿਸ਼ਾਂ ਦੇ ਨਾਲ ਅਸੀਂ ਇਸ ਅਵਸਥਾ ਨੂੰ ਪ੍ਰਾਪਤ ਹੋਏ ਹਾਂ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਗੁਰਬਾਣੀ ਦਾ ਬਚਨ ਹੈ। ਇਹ ਐਸੀਆਂ ਦਾਤਾਂ ਸਾਡਿਆਂ ਗੁਰਾਂ ਨੇ ਸਾਨੂੰ ਬਚਪਨ ਵਿੱਚ ਬਖਸ਼ਿਸ਼ ਕਰ ਦਿੱਤੀਆਂ ਹਨ। ਜਿਨ ਦੁੱਖ ਕਾ ਕਾਟਿਆ ਕੇਤ। ਦੇਖੋ ਜਿਸ ਗੁਰੂ ਨੇ ਰਹਿਮਤ ਕਰਕੇ ਦੁੱਖਾਂ ਦਾ ਕੇਤ ਕਹੀਏ ਘਰ, ਦੁੱਖਾਂ ਦਾ ਘਰ ਕੀ ਹੈ? ਅਗਿਆਨ। ਜਿੰਨੇ ਦੁੱਖ ਸਾਡੇ ਸਰੀਰ 'ਤੇ ਆਉਣ ਵਾਲੇ ਨੇ ਸਾਰੇ ਅਗਿਆਨਤਾ ਕਰਕੇ ਆਉਂਦੇ। ਜਦੋਂ ਗਿਆਨ ਨਹੀਂ ਨਾ ਹੁੰਦਾ, ਸਮਝ ਨਹੀਂ ਨਾ ਹੁੰਦੀ, ਉਦੋਂ ਸਰੀਰ 'ਤੇ ਦੁੱਖ ਆਉਂਦਾ ਹੈ, ਕਿਉਂਕਿ ਕਰਮ ਅਸੀਂ ਉਹ ਕਰਦੇ ਹਾਂ ਜਿਹੜਾ ਗਿਆਨ ਤੋਂ ਰਹਿਤ ਹੋ ਜਾਈਦਾ। ਮੰਨ ਲਓ ਕਿਸੇ ਦਾ ਕੋਈ ਕੰਮ ਵਿਗਾੜਿਆ ਹੈ ਤੇ ਸਾਡੇ ਮਨ ਵਿੱਚ ਇਹ ਗਿਆਨ ਭੁੱਲ ਗਿਆ ਵੀ ਅੱਜ ਮੈਂ ਇੱਕ ਦਾ ਕੰਮ ਵਿਗਾੜਿਆ, ਇਹਦੀ ਬਦਦੁਆ ਲਈ ਹੈ,
ਕੱਲ ਨੂੰ ਮੈਨੂੰ ਇਹ ਬਦਦੁਆ ਜਿਹੜੀ ਹੈ ਉਹ ਫਲ ਵੀ ਦੇਵੇਗੀ ਔਰ ਮੇਰਾ ਵੀ ਕੰਮ ਇਹਦੇ ਤੋਂ ਵੱਡਾ ਅੱਗੇ ਜਾ ਕੇ ਵਿਗੜੇਗਾ। ਪਰ ਇਹ ਸੋਝੀ ਤੇ ਤਾਂ ਹੁੰਦੀ ਨਾ ਜੇ ਗਿਆਨ ਹੁੰਦਾ। ਉਦੋਂ ਪਰਵਾਹ ਨਹੀਂ ਕੀਤੀ, ਕੋਈ ਗੱਲ ਨਹੀਂ, ਵੇਖ ਲਵਾਂਗੇ। ਕਿਸੇ ਦੀ ਚੁਗਲੀ ਕਰਕੇ, ਨਿੰਦਿਆ ਕਰਕੇ ਕੰਮ ਵਿਗਾੜਿਆ, ਚੁਗਲੀ ਕੀਤੀ ਹੈ, ਨਿੰਦਿਆ ਕੀਤੀ ਹੈ, ਮਾੜਾ ਕਰਮ ਕੀਤਾ, ਕਰਨ ਵੇਲੇ ਨਹੀਂ ਵਿਅਕਤੀ ਡਰਦਾ, ਕਹਿਣ ਲੱਗਾ ਕੋਈ ਗੱਲ ਨਹੀਂ, ਇਸ ਵੇਲੇ ਮੇਰੇ ਕੋਲ ਸਮਰੱਥਾ ਹੈ, ਮੇਰੇ ਕੋਲ ਤਾਕਤ ਹੈ। ਪਰ ਜੇ ਗਿਆਨ ਹੁੰਦਾ ਤੇ ਇਹ ਕਰਮ ਨਾ ਕਰਦਾ ਵੀ ਇਸ ਫਲ ਨੇ ਮੈਨੂੰ ਦੁਬਾਰਾ ਆ ਕੇ ਮਿਲਣਾ ਹੈ, ਤੇ ਫਿਰ ਮੈਂ ਉਹ ਕੰਮ ਨਾ ਕਰਾਂ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ। ਉਹ ਕਰਮ ਕਿਉਂ ਕਰਦਾ ਪਿਆ ਜਿਸ ਕਰਮ ਤੋਂ ਕਰਨ ਵਿੱਚ ਬਾਅਦ ਵਿੱਚ ਤੈਨੂੰ ਪਛਤਾਉਣਾ ਪਵੇ, ਰੋਣਾ ਪਵੇ। ਪਰ ਕਿਉਂ ਹੁੰਦਾ ਇਹ ਕਰਮ? ਕਿਉਂਕਿ ਅਗਿਆਨਤਾ ਹੈ, ਗਿਆਨ ਨਹੀਂ ਹੈ, ਸੋਝੀ ਨਹੀਂ ਹੈ। ਇਤਿਹਾਸ ਦੀਆਂ ਬੜੀਆਂ ਬੜੀਆਂ ਸਾਖੀਆਂ ਜਿਹੜੀਆਂ ਹਨ ਸਾਡੇ ਸਾਹਮਣੇ ਆ ਜਾਂਦੀਆਂ, ਪਰ ਕੁਝ ਕਰਮ ਉਹ ਹੁੰਦੇ ਜਿਹੜੇ ਅਗਿਆਨ ਕਰਕੇ ਕਰ ਤੇ ਲੈਂਦੇ ਪਰ ਬਾਅਦ ਵਿੱਚ ਪਛਤਾਉਣਾ ਪੈਂਦਾ। ਪਰ ਸਾਰੀਆਂ ਸਾਖੀਆਂ ਆਪਾਂ ਪੂਰੇ ਵਿਸਥਾਰ ਦੇ ਨਾਲ ਸਰਵਰ ਨਹੀਂ ਕਰਦੇ, ਕੇਵਲ ਟੂਕ ਮਾਤਰ ਇਸ਼ਾਰਾ ਦੇਈਦਾ, ਸੰਗਤ ਸਮਝ ਜਾਵੇ। ਹੁਣ ਸਾਡੇ ਸਾਹਮਣੇ ਇਤਿਹਾਸ ਦ੍ਰੋਪਦੀ ਦਾ ਸਾਖੀ ਆਪਾਂ ਕਈ ਵਾਰੀ ਸਰਵਣ ਕੀਤੀ ਹੈ। ਇਹ ਗੱਲ ਦਾ ਮਿਹਣਾ ਮਾਰ ਦਿੱਤਾ ਵੀ ਪੁੱਤਰ ਵੀ ਅੰਨਾ ਤੇ ਬਾਪ ਵੀ ਅੰਨਾ। ਪਰ ਜੇ ਇਹ ਕੰਮ ਗੱਲ ਕਹਿਣ ਤੋਂ ਪਹਿਲਾਂ ਸੋਚ ਲਿਆ ਜਾਂਦਾ ਵੀ ਅੱਜ ਮੈਂ ਮਿਹਣਾ ਮਾਰਿਆ, ਕੱਲ੍ਹ ਨੂੰ ਮੈਨੂੰ ਫਲ ਵੀ ਭੋਗਣਾ ਪੈ ਸਕਦਾ, ਮਿਲ ਸਕਦਾ। ਮਿਹਣਾ ਨਾ ਵੱਜਦਾ, ਬੋਲੀ ਨਾ ਵੱਜਦੀ, ਤੇ ਹੋ ਸਕਦਾ ਪਾਂਡਵ ਨਾ ਖੇਡਦੇ ਜੂਆ ਕੌਰਵਾਂ ਦੇ ਨਾਲ, ਹੋ ਸਕਦਾ ਜੂਏ ਵਿੱਚ ਨਾ ਹਾਰਦੇ। 12 ਸਾਲ ਜੰਗਲ ਦੇ ਵਿੱਚ ਛੁਪ ਕੇ ਨਾ ਰਹਿਣਾ ਪੈਂਦਾ ਅਤੇ 1 ਸਾਲ ਕਿਸੇ ਰਾਜੇ ਦੇ ਨੌਕਰ ਬਣ ਕੇ, ਦਾਸ ਬਣ ਕੇ ਨਾ ਰਹਿਣਾ ਪੈਂਦਾ। ਇਹ ਵੀ ਤੇ ਹੋ ਸਕਦਾ ਨਾ, ਦ੍ਰੋਪਦੀ ਦੇ ਨਾ ਕੱਪੜੇ ਉਤਾਰੇ ਜਾਂਦੇ ਭਰੀ ਸਭਾ ਦੇ ਵਿੱਚ, ਤੇ ਨਾ ਉਹਨੂੰ ਰੋਣਾ ਪੈਂਦਾ, ਲੱਜਤ ਨਾ ਹੋਣਾ ਪੈਂਦਾ। ਪਰ ਇਹ ਸਾਰਾ ਕੁਝ ਹੋਇਆ, ਪਰ ਹੋਇਆ ਕਿਉਂ ਹੈ? ਕਿਉਂਕਿ ਮੁੱਢ ਆਪ ਬੰਨਿਆ ਹੈ, ਆਪ ਪਹਿਲਾਂ ਪਹਿਲ ਕੀਤੀ ਹੈ, ਤੇ ਫਿਰ ਬਾਅਦ ਵਿੱਚ ਫਲ ਤੇ ਗੁਰਮੁਖੋਂ ਮਿਲੇਗਾ ਨਾ। ਪਰ ਜੇ ਗਿਆਨ ਹੁੰਦਾ, ਸਮਝ ਹੁੰਦੀ, ਤੇ ਐਸਾ ਬਚਨ ਨਾ ਮੁਖੋਂ ਨਿਕਲਦਾ ਵੀ ਅੰਨੇ ਦੀ ਔਲਾਦ ਵੀ ਅੰਨੀ ਹੈ। ਨਾ ਮਿਹਣਾ ਵੱਜਦਾ, ਨਾ ਇੱਥੋਂ ਤੱਕ ਕਿ ਇੰਨਾ ਪਸਾਦ ਜਾਂ ਇੰਨਾ ਦੁੱਖ ਨਾ ਭੋਗਣਾ ਪੈਂਦਾ। ਹੁਣ ਇਹ ਸਾਖੀ ਸਾਨੂੰ ਇਹ ਸਮਝਾਉਂਦੀ ਹੈ ਵੀ ਬਚਨ ਨਿਕਲਣ ਲੱਗਿਆ 1 ਮਿੰਟ ਨਹੀਂ ਲੱਗਾ, 5-7 ਸਕਿੰਟਾਂ ਵਿੱਚ ਹੀ ਇਹ ਗੱਲ ਹੋ ਗਈ ਨਾ ਵੀ ਅੰਨੇ ਦੀ ਔਲਾਦ ਅੰਨੀ ਹੈ। ਪਰ ਉਸ ਬਚਨ ਨੂੰ ਭੋਗਣ ਦਾ ਜਿਹੜਾ ਫਲ ਮਿਲਿਆ, ਕਿੰਨਾ ਸਮਾਂ ਮਿਲਿਆ? 13 ਸਾਲ ਜੰਗਲਾਂ ਵਿੱਚ ਭਟਕਣਾ ਪਿਆ। ਕਿਹਾ ਤੇ ਕੁਝ ਸਕਿੰਟਾਂ ਦਾ ਬਚਨ, ਪਰ ਭੋਗਿਆ ਕਈ ਸਾਲਾਂ। ਇੱਥੇ ਹੀ ਬਸ ਨਹੀਂ, ਭਰੇ ਹੋਏ ਬੰਦਿਆਂ ਦੀ ਸਭਾ ਦੇ ਵਿੱਚ ਕੱਪੜੇ ਉਤਾਰਨ ਦਾ ਹੁਕਮ ਉਹ ਤੇ ਭਗਵਾਨ ਨੇ ਲਾਜ ਰੱਖ ਲਈ, ਵੱਖਰੀ ਗੱਲ ਹੈ, ਪਰ ਕੀਤੀ ਦਾ ਫਲ ਤੇ ਮਿਲਿਆ ਨਾ। ਤੇ ਬਾਅਦ ਵਿੱਚ ਜਿਹੜਾ ਜੰਗ ਹੋਇਆ ਉਹਦੇ ਵਿੱਚ ਕਈ ਸੂਰਮੇ ਮਰੇ, ਉਹ ਵੱਖਰੀ ਕਹਾਣੀ ਹੈ। ਸਤਿਗੁਰੂ ਕਹਿਣ ਲੱਗੇ ਐਸਾ ਕੰਮ ਮੂਲੇ ਨਾ ਕੀਚਿਆ ਜਿਤ ਅੰਤ ਪਛੋ। ਐਸਾ ਕਰਮ ਨਾ ਕਰ, ਕਰਨ ਲੱਗਿਆ ਤੇ ਕੁਝ ਸਕਿੰਟ ਨਹੀਂ ਲੱਗਣਗੇ, ਕੁਝ ਮਿੰਟ ਹੀ ਲੱਗਣਗੇ, ਪਰ ਉਹਦਾ ਫਲ ਜਿਹੜਾ ਇਹਨੂੰ ਅੱਗੇ ਬੜਾ ਵੱਡਾ ਭੋਗਣਾ ਪੈਂਦਾ। ਸਾਡੇ ਸਾਹਮਣੇ ਇਤਿਹਾਸ ਦੀ ਸਾਖੀ ਹੈ, ਇਹਨੂੰ ਕੋਈ ਝੁਠਲਾ ਨਹੀਂ ਪਾਏਗਾ। ਇਤਿਹਾਸ ਦਾ ਇਹ ਬਚਨ ਹੈ, ਗ੍ਰੰਥਾਂ ਦਾ। ਐਸਾ ਦੁੱਖ ਉਹਨਾਂ ਨੂੰ ਪ੍ਰਾਪਤ ਹੋਇਆ। ਇੱਕ ਸਾਖੀ ਹੋਰ ਆਉਂਦੀ ਹੈ ਇਤਿਹਾਸ ਦੇ ਵਿੱਚ, ਬਚਨ ਆਉਂਦਾ ਹੈ, ਕਹਿਣ ਲੱਗੇ ਇੱਕ ਸਾਧੂ ਇਸ਼ਨਾਨ ਕਰਦਾ ਪਿਆ ਕਿਸੇ ਤਲਾਬ ਦੇ ਵਿੱਚ। ਇੱਕ ਬੱਚਾ ਆਇਆ, ਉਹਨੇ ਕੱਪੜੇ ਚੁੱਕੇ ਤੇ ਭੱਜ ਗਿਆ। ਉਹਦੇ ਮਨ ਵਿੱਚ ਵਿਚਾਰ ਇਹ ਸੀ ਵੀ ਇਹਨਾਂ ਕੱਪੜਿਆਂ ਵਿੱਚ ਧਨ ਪੈਸਾ ਹੋਵੇਗਾ ਤੇ ਮੈਂ ਜਾ ਕੇ ਕੱਢ ਕੇ ਤੇ ਆਪਣਾ ਗੁਜ਼ਾਰਾ ਕਰਾਂਗਾ। ਜਦੋਂ ਸਾਧੂ ਨਿਕਲਿਆ ਨਾ ਤਲਾਬ ਦੇ ਵਿੱਚੋਂ, ਤੇ ਉਹਨੇ ਵੇਖਿਆ ਵੀ ਮੇਰੇ ਬਸਤਰ ਹੈ ਨਹੀਂ, ਕੋਈ ਚੁੱਕ ਕੇ ਲੈ ਗਿਆ। ਤੇ ਦੂਰ ਨਿਗਾਹ ਮਾਰੀਏ, ਕੋਈ ਬੱਚਾ ਭੱਜਾ ਜਾਂਦਾ, ਚੱਕ ਕੇ ਕੱਪੜੇ ਦੌੜਿਆ ਜਾਂਦਾ। ਤੇ ਸਾਧੂ ਨੇ ਆਵਾਜ਼ ਦੇ ਕੇ ਆਖਿਆ ਵੀ ਮੇਰੇ ਕੱਪੜਿਆਂ 'ਚ ਕੁਝ ਨਹੀਂ ਹੈਗਾ, ਮੈਂ ਤੇ ਸਾਧੂ ਹਾਂ, ਮੇਰੇ ਕੱਪੜੇ ਵਾਪਸ ਕਰ ਦੇ, ਮੈਂ ਨੰਗਾ ਖਲੋਤਾ, ਕੇਵਲ ਲੰਗੋਟ ਹੀ ਬੱਧਾ ਹੋਇਆ ਲੱਕ ਦੇ ਨਾਲ, ਮੇਰੇ ਕੋਲ ਕੱਪੜਾ ਕੋਈ ਨਹੀਂ ਹੋਰ ਪਾਉਣ ਵਾਸਤੇ। ਪਰ ਕਰਮ ਤੇ ਕਰ ਲਿਆ, ਮੁੜਿਆ ਨਹੀਂ, ਵਾਪਸ ਦੌੜ ਗਿਆ। ਤੇ ਉਹ ਸਾਧੂ ਬਰਕਤ ਸੀ, ਕੋਈ ਰੱਬ ਦੀ ਬੰਦਗੀ ਵਾਲਾ ਸੀ, ਭਜਨ ਵਾਲਾ ਸੀ। ਉਹਦੇ ਮੂੰਹੋਂ ਫਿਰ ਬਚਨ ਹੀ ਨਿਕਲ ਗਿਆ, ਕਹਿਣ ਲੱਗੇ ਜਿਵੇਂ ਅੱਜ ਮੈਨੂੰ ਨੰਗਿਆ ਰੱਖਿਆ, ਤੂੰ ਅਗਲੇ ਜਨਮ ਦੇ ਵਿੱਚ ਸਾਰੀ ਉਮਰ ਹੀ ਨੰਗਾ ਰਵੇਂਗਾ। ਹੁਣ ਗੁਰਮੁਖੋ ਬਚਨ ਇਹ ਆ ਵੀ ਕਰਮ ਤੇ ਕੀਤਾ ਕੁਝ ਮਿੰਟਾਂ ਦਾ, ਕੱਪੜੇ ਚੁੱਕਣ ਲੱਗਿਆ ਕਿੰਨਾ ਕੁ ਟਾਈਮ ਲੱਗਾ, ਭੱਜਣ ਲੱਗਿਆ ਕਿੰਨਾ ਕੁ ਲੱਗਾ ਹੋਵੇਗਾ।
ਅਸੀਂ ਸਾਖੀ ਨੂੰ ਬਹੁਤਾਤ ਇੱਕ ਪਾਸਿਓਂ ਹੀ ਸਰਵਣ ਕਰਦੇ ਹਾਂ ਵੀ ਇਹ ਹੈ, ਪਰ ਸਾਖੀ ਦੇ ਕਈ ਪਹਿਲੂ ਹੁੰਦੇ ਨੇ ਜਿਹੜੇ ਵਿੱਚੋਂ ਕੱਢ ਲਈਏ, ਸਮਝ ਲਈਏ ਤੇ ਉਹ ਸਾਖੀ ਕਈ ਤਰੀਕਿਆਂ ਨਾਲ ਢੁੱਕ ਜਾਂਦੀ ਹੈ, ਜਿਹੜੀ ਸਾਨੂੰ ਸਿੱਖਿਆ ਦੇ ਜਾਂਦੀ ਹੈ। ਕੱਪੜੇ ਚੋਕੇ ਦੌੜਿਆ, ਸਾਧੂ ਦਾ ਬਚਨ ਨਿਕਲਿਆ, ਸਾਰਾ ਜਨਮ ਹੀ ਨੰਗਾ ਰਵੇਂਗਾ। ਹੁਣ ਕਰਮ ਕੀਤਾ ਕੁਝ ਮਿੰਟਾਂ ਵਾਸਤੇ, ਸਕਿੰਟਾਂ ਵਾਸਤੇ, ਤੇ ਫਲ ਮਿਲਿਆ ਪੂਰੇ ਜਨਮ ਦਾ। ਫਲ ਵੀ ਕਿੰਨਾ ਸਮਾਂ ਮਿਲਿਆ, ਇਹ ਕੋਈ ਕਲਯੁਗ ਦੀ ਗੱਲ ਨਹੀਂ ਹੈ ਵੀ 100 ਸਾਲ ਦੀ ਉਮਰ ਹੈ। ਇਹ ਕਹਾਣੀ ਤ੍ਰੇਤੇ ਯੁੱਗ ਦੀ ਹੈ। 10,000 ਬੰਦੇ ਦੀ ਉਮਰ ਹੈ, 10,000 ਸਾਲ। ਕਰਮ ਕਰਨ ਲੱਗਿਆ 5 ਮਿੰਟ ਨਾ ਲੱਗੇ, ਫਲ ਭੋਗਣ ਲੱਗਿਆ 10,000 ਸਾਲ ਲੱਗ ਗਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੇ ਹਵਾਲਾ ਦਿੱਤਾ, ਕਹਿਣ ਲੱਗੇ ਉਸ ਬੱਚੇ ਨੂੰ ਹਨੂਮਾਨ ਦੇ ਰੂਪ ਦੇ ਵਿੱਚ ਸਾਰਾ ਜਨਮ ਨੰਗਾ ਰਹਿਣਾ ਪਿਆ, ਕੱਲਾ ਲੰਗੋਟ ਬਣ ਕੇ। ਕਰਮ ਕਰ ਕਸੌਟੀ ਮਫੀ ਟਸਰੀ, ਇਹ ਗੁਰਬਾਣੀ ਦੇ ਬਚਨ ਨੂੰ ਝੁਠਲਾਇਆ ਨਹੀਂ ਜਾਏਗਾ। ਸਤਿਗੁਰੂ ਕਹਿਣ ਲੱਗੇ ਬੰਦਿਆ, ਕਰਮ ਕਰ ਲੱਗਿਆ ਕੁਝ ਮਿੰਟ ਨਹੀਂ ਲੱਗਦੇ, ਕੁਝ ਸਕਿੰਟ ਵੀ ਨਹੀਂ ਲੱਗਦੇ, ਪਰ ਉਹਦਾ ਫਲ ਕਈ ਸਾਲਾਂ ਤੱਕ ਤੇ ਕਈ ਜਨਮਾਂ ਤੱਕ ਭੁਗਣਾ ਪੈਂਦਾ। ਪਰ ਕਿਉਂ? ਉਹਦਾ ਕਾਰਨ ਇਹ ਹੈ ਵੀ ਤੈਨੂੰ ਗਿਆਨ ਨਹੀਂ, ਤੈਨੂੰ ਸੋਝੀ ਨਹੀਂ ਵੀ ਜੋ ਕਰਦਾ ਪਿਆ ਇਹਦਾ ਅੰਜਾਮ ਕੀ ਹੋਵੇਗਾ। ਤੇ ਸਾਡੇ ਗੁਰੂ ਨੇ ਬੜੀ ਵੱਡੀ ਬ੍ਰੇਕ ਲਾਈ ਹੈ, ਬਚਨ ਆਖਿਆ, ਕਹਿਣ ਲੱਗੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਉਹ ਕੰਮ ਕਰਨਾ ਜਿਹਨੂੰ ਕਰਕੇ ਬਾਅਦ ਵਿੱਚ ਪਛਤਾਉਣਾ ਪਵੇ। ਤੇ ਫਿਰ ਕਰਮ ਕਰਨ ਤੋਂ ਪਹਿਲਾਂ ਗੁਰੂ ਦੀ ਆਗਿਆ ਲੈ ਲਿਆ ਕਰ, ਗੁਰਬਾਣੀ ਦੀ ਸੇਧ ਲੈ ਲਿਆ ਕਰ। ਸਤਿਗੁਰੂ ਬਚਨ ਕਰਦੇ, ਕਹਿਣ ਲੱਗੇ ਜਿਨ ਦੁੱਖ ਕਾ ਕਾਟਿਆ ਕੇਤ। ਕੇਤ ਕਹੀਏ ਘਰ, ਇਹ ਜਿਹੜਾ ਅਗਿਆਨ ਹੈ ਨਾ, ਇਹ ਹੀ ਦੁੱਖਾਂ ਦਾ ਘਰ ਹੈ। ਅਗਿਆਨ ਕਰਕੇ ਹੀ ਕਰਮ ਹੋਇਆ ਤੇ ਫਿਰ ਕਰਮ ਦਾ ਫਲ ਤੇ ਮਿਲੇਗਾ। ਜਿਵੇਂ ਮਿਲਿਆ ਦ੍ਰੋਪਦੀ ਨੂੰ, ਜਿਵੇਂ ਮਿਲਿਆ ਹਨੂਮਾਨ ਨੂੰ। ਇਹ ਦੋ ਵਿਅਕਤੀਆਂ ਦੇ ਨਾਮ ਤਾਂ ਆਏ ਨੇ, ਪ੍ਰਸਿੱਧ ਸਨ ਦੁਨੀਆ ਵਿੱਚ, ਮਸ਼ਹੂਰ ਸਨ, ਪਰ ਇਹੋ ਜਿਹੇ ਕਈ ਕਰਮ ਆਪਾਂ ਵੀ ਕਰਦੇ ਹਾਂ। ਉਹਨਾਂ ਕਰਮਾਂ ਦਾ ਫਲ ਵੀ ਭੋਗਦੇ ਹਾਂ। ਜ਼ਿੰਦਗੀ ਵਿੱਚ ਕਦੇ ਆਪਣੇ ਆਪ ਨੂੰ ਟੋਹ ਕੇ ਵੇਖ ਲਿਓ, ਕਦੇ ਆਪਣੇ ਮਨ ਦੇ ਵਿੱਚ ਝਾਤੀ ਮਾਰ ਕੇ ਵੇਖ ਲਿਓ, ਜਦੋਂ ਮੈਂ ਕੋਈ ਕਰਮ ਕੀਤਾ ਉਦੋਂ ਮੇਰੀ ਕੀ ਹਾਲਤ ਸੀ, ਜਦੋਂ ਫਲ ਭੋਗਿਆ ਉਦੋਂ ਕੀ ਹਾਲਤ ਹੈ। ਸਤਿਗੁਰੂ ਕਹਿਣ ਲੱਗੇ ਅਗਿਆਨ ਦੇ ਵਿੱਚ ਪੈ ਕੇ ਕਰਮ ਨਾ ਕਰ, ਉਹ ਕਰਮ ਦਾ ਫਲ ਮਿਲੇਗਾ। ਪਰ ਜਦੋਂ ਤੂੰ ਗੁਰੂ ਵਾਲਾ ਬਣ ਗਿਆ, ਸਤਿਗੁਰਾਂ ਨੇ ਤੇਰੀ ਕੀਤੀ ਰਾਖੀ। ਤੇ ਪਾਤਸ਼ਾਹ ਕਹਿਣ ਲੱਗੇ ਗੁਰੂ ਪਾਤਸ਼ਾਹ ਨੇ ਅਗਿਆਨ ਦਾ ਘਰ ਹੀ ਖਤਮ ਕਰ ਦਿੱਤਾ, ਅਗਿਆਨ ਰਹਿਣ ਹੀ ਕੋਈ ਨਹੀਂ ਦਿੱਤਾ। ਗਿਆਨ ਦੇ ਨਾਲ ਝੋਲੀਆਂ ਭਰ ਦਿੱਤੀਆਂ, ਐਸੀ ਅਵਸਥਾ ਬਖਸ਼ਿਸ਼ ਕਰ ਦਿੱਤੀ, ਐਸਾ ਗਿਆਨ ਦੇ ਦਿੱਤਾ, ਜਾਣੇ ਵਿੱਚ ਅਣਜਾਣੇ ਵਿੱਚ ਗਲਤੀ ਹੋਈ ਕੋਈ ਨਹੀਂ ਹੈ। ਇਹ ਅਵਸਥਾ ਬਣਾ ਦਿੱਤੀ ਮਹਾਰਾਜ ਨੇ। ਸਤਿਗੁਰ ਮੇਰਾ ਸਦਾ ਸਹਾਈ, ਗੁਰੂ ਮੇਰੀ ਸਦਾ ਸਹਾਇਤਾ ਕਰਨ ਵਾਲਾ ਹੈ। ਜਿਨ ਦੁੱਖ ਕਾ ਕਾਟਿਆ ਕੇਤ, ਜਿਸ ਗੁਰੂ ਨੇ ਦੁੱਖਾਂ ਦਾ ਘਰ ਅਗਿਆਨ ਜੋ ਹੈ, ਅਗਿਆਨ ਨੂੰ ਕੱਟ ਦਿੱਤਾ। ਕੇਤ ਨਾਮ ਘਰ ਦਾ ਹੈ। ਜਿਸ ਪਰਮਾਤਮਾ ਨੇ ਦੁੱਖਾਂ ਦਾ ਘਰ ਕੀ ਹੈ, ਅਗਿਆਨ ਕੱਟਿਆ ਤੇ ਗਿਆਨ ਦੇ ਦਿੱਤਾ। ਭਾਈ ਮਤੀ ਦਾਸ ਜੀ ਨੇ ਆਖਿਆ ਨਾ ਮਹਾਰਾਜ ਹੁਕਮ ਹੋਵੇ, ਮੈਂ ਪੂਰੀ ਦੀ ਪੂਰੀ ਮੁਸਲਿਮ ਕੌਮ ਖਤਮ ਕਰਨ ਦੀ ਸਮਰੱਥਾ ਰੱਖਦਾ, ਇੰਨੀ ਮੇਰੇ ਵਿੱਚ ਤਾਕਤ ਹੈ। ਹੁਕਮ ਹੋਵੇ ਤੇ ਪੂਰੀ ਦਿੱਲੀ ਨੂੰ ਜਮਨਾ ਦੇ ਵਿੱਚ ਰੋੜ ਦਿਆਂ, ਡਬੋ ਦਿਆਂ, ਬਸ ਆਪ ਜੀ ਦੀ ਆਗਿਆ ਦੀ ਲੋੜ ਹੈ। ਸਤਿਗੁਰਾਂ ਨੇ ਗਿਆਨ ਬਖਸ਼ਿਆ, ਕਹਿਣ ਲੱਗੇ ਨਹੀਂ ਮਤੀ ਦਾਸ, ਪੂਰੀ ਮੁਸਲਿਮ ਕੌਮ ਦੀ ਕੋਈ ਗਲਤੀ ਨਹੀਂ ਹੈ, ਪੂਰੇ ਦਿੱਲੀ ਦੇ ਲੋਕਾਂ ਦੀ ਕੋਈ ਗਲਤੀ ਨਹੀਂ ਹੈ। ਇੱਕ ਬੰਦੇ ਦੀ ਕੀਤੀ ਕਰਤੂਤ ਦਾ ਫਲ ਪੂਰੇ ਸ਼ਹਿਰ ਨੂੰ ਜਾਂ ਪੂਰੀ ਕੌਮ ਨੂੰ ਕਿਉਂ ਭੁਗਤਾਇਆ ਜਾਏ। ਨਹੀਂ, ਆਪਣੇ ਆਪ ਨੂੰ ਜਰ ਕੇ ਰੱਖ, ਉਹ ਪਰਮਾਤਮਾ ਜੋ ਕਰੇਗਾ ਉਹ ਭਲਾ ਹੈ, ਉਹ ਚੰਗਾ ਹੈ। ਗੁਰੂ ਐਸਾ ਹੋਇਆ ਕਰਦਾ ਜਿਹੜਾ ਗਿਆਨ ਦੇ ਦਿੰਦਾ, ਸੋਝੀ ਦੇ ਦਿੰਦਾ, ਸਮਝ ਦੇ ਦਿੰਦਾ ਹੈ। ਕਹਿਣ ਲੱਗੇ ਐਸੇ ਗੁਰੂ ਦੀ ਪ੍ਰਾਪਤੀ ਵਾਲਾ ਗੁਰੂ ਕਾ ਸਿੱਖ ਫਿਰ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਗਿਆਨ ਉਹਦਾ ਖਤਮ ਹੋ ਜਾਂਦਾ ਹੈ। ਐਸੀਆਂ ਦਾਤਾਂ ਬਖਸ਼ਦੇ ਹਨ। ਰਹਾਓ ਹਾਸ ਦੇ ਰਾਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ।
ਮੇਰਾ ਲਾਗੋ RAM ਸਿਉ ਹੇਤ। ਸਤਿਗੁਰੂ ਕਹਿਣ ਲੱਗੇ, ਸਤਿਗੁਰ ਮੇਰਾ ਸਦਾ ਸਹਾਈ। ਗੁਰੂ ਮੇਰੀ ਸਦਾ ਸਹਾਇਤਾ ਕਰਦਾ ਹੈ। ਕਿਵੇਂ ਕਰਦਾ ਹੈ? ਬਖਸ਼ਿਸ਼ ਕਰਦੇ ਹਨ। ਜਿਨ ਦੁੱਖ ਕਾ ਕਾਟਿਆ ਕੇਤ। ਜਿਸ ਗੁਰੂ ਨੇ ਰਹਿਮਤ ਕਰਕੇ ਇਹ ਜਿਹੜਾ ਦੁੱਖ ਹੈ ਨਾ, ਇਹ ਕੇਤ ਨਾਮ ਗੁਰਮੁਖੋ ਖੇਤ ਦਾ ਹੈ। ਜਿਸ ਗੁਰੂ ਨੇ ਦੁੱਖਾਂ ਰੂਪੀ ਖੇਤ ਹੀ ਕੱਟ ਦਿੱਤਾ, ਤੇ ਖੇਤ ਵਿੱਚ ਫਸਲ ਖਲੋਤੀ ਹੋਵੇ ਨਾ, ਜਿੰਨੀ ਮਰਜ਼ੀ ਤੇ ਸਾਰਾ ਖੇਤ ਕੱਟੀਏ, ਸਾਰੀ ਫਸਲ ਹੀ ਕੱਟੀ ਜਾਂਦੀ ਹੈ। ਗੁਰੂ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਹੈ, ਮੇਰੇ ਸਾਰੇ ਦੁੱਖ ਹੀ ਕੱਟ ਦਿੱਤੇ, ਦੁੱਖ ਕੋਈ ਰਹਿ ਹੀ ਨਹੀਂ ਗਿਆ ਹੈ। ਦੁੱਖਾਂ ਦਾ ਇਹ ਜਿਹੜਾ ਖੇਤ ਸੀ ਨਾ, ਮੇਰੇ ਪੱਲੇ ਪਿਆ ਹੋਇਆ, ਇਹ ਗੁਰੂ ਨੇ ਕਿਰਪਾ ਕੀਤੀ ਹੈ। ਦੂਸਰਾ ਅਰਥ ਖੇਤ ਦਾ ਵਿਦਵਾਨਾਂ ਨੇ ਖੇਤ ਕੀਤਾ ਹੈ, ਜੋ ਜ਼ਿਮੀਂਦਾਰ ਨੇ ਬੋਇਆ ਆਪ ਹੀ ਹੈ। ਹੁਣ ਖੇਤ ਵਿੱਚੋਂ ਗੁਰਮੁਖੋ ਫਸਲ ਉਹ ਵੱਢਾਂਗੇ ਨਾ ਜਿਹੜੀ ਮੈਂ ਆਪ ਬੀਜੀ ਹੈ। ਭਾਵੇਂ ਕੰਡਿਆਂ ਵਾਲੀ ਬੀਜ ਲਈਏ, ਭਾਵੇਂ ਫਲ ਵਾਲੀ ਬੀਜ ਲਈਏ, ਬੀਜੀ ਵੀ ਆਪ ਹੈ, ਪਰ ਵੱਢਣੀ ਵੀ ਆਪ ਹੀ ਪੈਣੀ ਹੈ। ਕਰਮ ਜਿਹੋ ਜਿਹਾ ਕੀਤਾ ਭੋਗਣਾ ਪਵੇਗਾ। ਪਰ ਗੁਰੂ ਇੱਥੇ ਇਹੋ ਜਿਹੀ ਕਿਰਪਾ ਕਰਨ ਵਾਲਾ ਹੈ, ਦੁੱਖ ਦਾ ਕਰਮ ਭਾਵੇਂ ਅਸੀਂ ਬੀਜਿਆ ਹੈ, ਪਰ ਗੁਰੂ ਕਿਰਪਾ ਕਰਕੇ ਦੁੱਖ ਦੇ ਕਰਮ ਨੂੰ ਆਪ ਅੱਗੇ ਹੋ ਕੇ ਕੱਟ ਦਿੰਦਾ, ਆਪ ਖਤਮ ਕਰ ਦਿੰਦਾ। ਆਪਣੇ ਸਿੱਖ ਦੇ ਤੱਕ ਉਹ ਦੁੱਖ ਨੂੰ ਆਉਣ ਨਹੀਂ ਦਿੰਦਾ, ਮਿਟਾ ਦਿੰਦਾ ਹੈ। ਸਤਿਗੁਰ ਮੇਰਾ ਸਦਾ ਸਹਾਈ। ਗੁਰੂ ਮੇਰੀ ਸਦਾ ਸਹਾਇਤਾ ਕਰਦਾ ਹੈ। ਜਿਨ ਦੁੱਖ ਕਾ ਕਾਟਿਆ ਕੇਤ। ਜਿਸ ਗੁਰੂ ਨੇ ਦੁੱਖਾਂ ਦਾ ਖੇਤ ਕੱਟ ਕੇ ਸਾਫ਼ ਕਰ ਦਿੱਤਾ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ। ਐਸਾ ਗੁਰੂ ਕਿਰਪਾ ਕਰਦਾ ਹੈ, ਆਪਣੇ ਸਿੱਖ ਦੇ ਸਾਰੇ ਦੁੱਖ ਕੱਟ ਕੇ ਪਰੇ ਕਰ ਦਿੰਦਾ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁੱਖ ਕਾ ਕਾਟਿਆ ਕੇਤ। ਗੁਰਮੁਖੋ ਕੇਤ ਨਾਮ ਇੱਥੇ ਗਿਣਤੀ ਦਾ ਵੀ ਹੈ। ਤੀਜਾ ਅਰਥ ਜੇ ਆਪਾਂ ਦੁਬਾਰਾ ਫਿਰ ਇਸ ਪੰਕਤੀ ਨੂੰ ਪੜ੍ਹਾਂਗੇ ਨਾ, ਇਹਦੇ ਵਿੱਚੋਂ ਇੱਕ ਹੋਰ ਅਰਥ ਕੱਢਣ ਦਾ ਯਤਨ ਕਰਾਂਗੇ। ਇਹ ਕੇਤ ਨਾਮ ਗਿਣਤੀ ਦਾ ਹੈ। ਗੁਰੂ ਮੇਰਾ ਐਸੀ ਕਿਰਪਾ ਕਰਦਾ ਹੈ, ਜਿਸ ਨੇ ਗਿਣਤੀ ਤੋਂ ਰਹਿਤ ਪਤਾ ਨਹੀਂ ਕਿੰਨੇ ਕੁ ਦੁੱਖ ਹੀ ਕੱਟ ਦਿੱਤੇ, ਪਤਾ ਨਹੀਂ ਕਿੰਨੇ ਕੁ ਗੁਰੂ ਦੁੱਖ ਕੱਟੀ ਜਾਂਦਾ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਅਵਗੁਣ ਕਰਾਂਗੇ ਤੇ ਦੁੱਖ ਮਿਲੇਗਾ, ਪਰ ਗੁਰੂ ਐਸਾ ਹੈ, ਪਤਾ ਨਹੀਂ ਸਾਡੇ ਅਵਗੁਣ ਗੁਰੂ ਕਿੰਨੇ ਕੱਟ ਦਿੰਦਾ, ਸਾਡੇ ਪਾਪ ਕਿੰਨੇ ਕੱਟ ਦਿੰਦਾ, ਦੁੱਖ ਕਿੰਨੇ ਕੱਟ ਦਿੰਦਾ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਮਿਟਾਏ। ਇੱਥੇ ਇੱਕ ਦੁੱਖ ਦੀ ਗੱਲ ਨਹੀਂ ਕੀਤੀ ਵੀ ਮਹਾਰਾਜ ਇੱਕ ਹੀ ਮਾਫ ਕਰੋ, ਸਭੋ ਦੁੱਖ ਜਿੰਨੇ ਵੀ ਨੇ ਤਮਾਮ ਹੀ। ਗੁਰੂ ਐਸੀ ਕਿਰਪਾ ਕਰਦਾ ਹੈ, ਜੋ ਗੁਰੂ ਬੇਗਿਣਤ, ਜਿਨ੍ਹਾਂ ਦੀ ਗਿਣਤੀ ਨਾ ਹੋਵੇ, ਉਹਨਾਂ ਸਾਰਿਆਂ ਦੁੱਖਾਂ ਨੂੰ ਕੱਟ ਕੇ ਪਰੇ ਕਰ ਦਿੰਦਾ। ਕਿਉਂਕਿ ਦੁੱਖ ਤੇ ਸਾਡੀ ਜ਼ਿੰਦਗੀ ਵਿੱਚ ਅਨੇਕਾਂ ਨੇ, ਕਿਉਂਕਿ ਸਾਡੇ ਵਿੱਚ ਅਵਗੁਣ ਅਨੇਕਾਂ ਨੇ। ਅਨੇਕਾਂ ਅਵਗੁਣਾਂ ਨੂੰ ਵੀ ਗੁਰੂ ਕੱਟਦਾ ਹੈ, ਅਨੇਕਾਂ ਦੁੱਖਾਂ ਨੂੰ ਵੀ ਕੱਟ ਦਿੰਦਾ ਹੈ। ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁੱਖ ਕਾ ਕਾਟਿਆ ਕੇਤ। ਕੇਤ ਤੋਂ ਭਾਵ ਕਿੰਨੇ ਕੁ ਬੇਅੰਤ ਦੁੱਖ ਗੁਰੂ ਨੇ ਕੱਟ ਦਿੱਤੇ। ਐਸੀ ਦਾਤ ਬਖਸ਼ੀ ਹੈ। ਗੁਰੂ ਐਸਾ ਸਮਰੱਥ ਹੈ, ਸਾਰੇ ਦੁੱਖਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਸਕੇਤ ਮੰਡੀ ਦਾ ਰਾਜਾ ਮਹਾਰਾਜ ਜੀਆਂ ਦੇ ਕੋਲ ਆਇਆ, ਸਵਾਲ ਕਰਦਾ, ਮਹਾਰਾਜ ਗੁਰੂ ਨੂੰ ਮੱਥਾ ਟੇਕਣ ਦਾ ਕੀ ਫਾਇਦਾ? ਜੇ ਤੇ ਗੁਰੂ ਨੂੰ ਮੱਥਾ ਟੇਕਿਆ ਕਰਮ ਮਿਟਦੇ, ਫਿਰ ਗੁਰੂ ਤੇ ਪ੍ਰਮਾਤਮਾ ਦੇ ਕੰਮ ਵਿੱਚ ਦਖਲ ਅੰਦਾਜ਼ੀ ਕਰਦਾ। ਮੱਥਾ ਟੇਕਿਆ ਫਲ ਨਹੀਂ ਮਿਲਦਾ, ਫਿਰ ਗੁਰੂ ਕੋਲ ਆਉਣ ਦਾ ਕੀ ਲਾਭ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਕੋਲ ਹੀ ਰੱਖ ਲਿਆ। ਕਹਿਣ ਲੱਗੇ 2-4 ਦਿਨ ਸਾਡੇ ਕੋਲ ਰਹੋ ਰਾਜਨ, ਪਤਾ ਲੱਗ ਜਾਏਗਾ। ਇੱਕ ਦਿਨ ਸੁੱਤਾ ਪਿਆ ਤੇ ਸੁੱਤੇ ਨੂੰ ਸੁਪਨਾ ਆਇਆ। ਕਈ ਜਨਮ ਸੁਪਨੇ ਦੇ ਵਿੱਚ ਵੇਖਦਾ ਪਿਆ। ਇੱਕ ਜਨਮ ਦੇ ਵਿੱਚ ਚੰਡਾਲਾਂ ਦੇ ਘਰੇ ਜਾ ਕੇ ਜੰਮਿਆ। ਚੰਡਾਲ ਇਸ ਨੂੰ ਖਿੱਚੀ ਫਿਰਦੇ, ਤੇ ਸਤਿਗੁਰਾਂ ਨੇ ਆਵਾਜ਼ਾਂ ਦੇ ਕੇ ਉਠਾਇਆ ਨੀਂਦ ਵਿੱਚੋਂ, ਤੇ ਤਰਬਕ ਕੇ ਇੱਕੇ ਵਾਰੀ ਡਰ ਕੇ ਉੱਠਿਆ। ਮਹਾਰਾਜ ਸੁਪਨਾ ਬੜਾ ਡਾਢਾ ਆਇਆ ਸੀ, ਇੰਨੇ ਜਨਮ ਭੋਗੇ ਕਈ ਕੀੜਿਆਂ ਪਤੰਗਿਆਂ ਜਾਨਵਰਾਂ ਦੇ, ਤੇ ਫਿਰ ਚੰਡਾਲਾਂ ਦੇ ਘਰੇ ਜਨਮ ਹੋਇਆ। ਉਹਨਾਂ ਦੇ ਬੱਚੇ ਪਰਿਵਾਰ ਖਿੱਚੀ ਫਿਰਦੇ ਸਨ। ਸਤਿਗੁਰੂ ਕਹਿਣ ਲੱਗੇ, ਰਾਜਨ ਨੇ ਤੇਰੇ ਆਉਣ ਵਾਲੇ ਸਮੇਂ ਦੇ ਜਨਮ ਸਨ ਜਿਹੜੇ ਭੋਗਨੇ ਸਨ। ਤੂੰ ਗੁਰੂ ਦੇ ਕੋਲ ਆਇਆ, ਗੁਰੂ ਨੇ ਸਾਰੇ ਜਨਮ ਤੈਨੂੰ ਸੁਪਨੇ ਵਿੱਚ ਭੁਗਤਾ ਕੇ ਤੇਰੇ ਸਾਰੇ ਹੀ ਖਤਮ ਕਰ ਦਿੱਤੇ, ਰਹਿ ਨਹੀਂ ਦਿੱਤੇ।
ਇਹ ਗੁਰੂ ਕਿਰਪਾ ਕਰਦਾ। ਕਰਮ ਵੀ ਮਿਟਾ ਦਿੰਦਾ ਹੈ ਅਤੇ ਕਰਮਾਂ ਨੂੰ ਵਿਖਾ ਵੀ ਦਿੰਦਾ ਹੈ। ਕਿੰਨੇ ਕਰਮ ਕੱਟੇ ਬੇਗਿਣਤ। ਮਹਾਰਾਜ ਕਹਿਣ ਲੱਗੇ ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਕੇਤ ਤੋਂ ਭਾਵ ਬੇਗਿਣਤ, ਜਿਨ੍ਹਾਂ ਦੀ ਗਿਣਤੀ ਨਾ ਹੋਵੇ। ਐਸਾ ਗੁਰੂ ਐਸੇ ਦੁੱਖਾਂ ਨੂੰ ਕੱਟ ਦਿੰਦਾ, ਬੇਅੰਤ ਦੁੱਖਾਂ ਨੂੰ ਕੱਟਦਾ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਦੇਖੋ ਇਸ ਪੰਕਤੀ ਦਾ ਚੌਥਾ ਅਰਥ ਜਿਹੜਾ ਹੈ ਉਹ ਆਪਾਂ ਇਹ ਲੈ ਲਵਾਂਗੇ, ਕੇਤ ਨਾਮ ਗੁਰਮੁਖੋ ਝੰਡੇ ਦਾ ਹੁੰਦਾ ਹੈ। ਕੇਤ ਝੰਡੇ ਨੂੰ ਕਹਿੰਦੇ ਨੇ। ਜਿਸ ਗੁਰੂ ਨੇ ਦੁੱਖਾਂ ਦਾ ਝੰਡਾ ਹੀ ਵੱਢ ਕੇ ਸੁੱਟ ਦਿੱਤਾ ਹੈ, ਦੁੱਖਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ। ਆਪਾਂ ਕਹਿ ਦਿੰਦੇ ਨਾ ਫਲਾਣੇ ਬੰਦੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਇਹ ਜਿਹੜਾ ਦੁੱਖਾਂ ਦਾ ਨਿਸ਼ਾਨ ਸੀ ਨਾ ਝੰਡਾ, ਜਦੋਂ ਗੁਰੂ ਦੀ ਕਿਰਪਾ ਦੇ ਵਿੱਚ ਆ ਗਏ, ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਪਾਤਸ਼ਾਹ ਨੇ ਰਹਿਮਤ ਇਹੋ ਜਿਹੀ ਕੀਤੀ ਹੈ, ਦੁੱਖਾਂ ਦਾ ਨਾਮੋ ਨਿਸ਼ਾਨ ਹੀ ਮੇਟ ਦਿੱਤਾ। ਹੁਣ ਇਹ ਨਹੀਂ ਪਤਾ ਲੱਗਦਾ ਦੁੱਖ ਹੁੰਦਾ ਕੀ ਹੈ। ਐਸੇ ਦੁੱਖ ਮਿਟਾਏ, ਸੁਣਿਆ ਦੂਖ ਪਾਪ ਕਾ ਨਾਸ, ਨਾਨਕ ਭਗਤਾ। ਭਗਤਾਂ ਨੂੰ ਇਹੋ ਜਿਹਾ ਵਿਗਾਸ ਬਖਸ਼ਿਸ਼ ਕੀਤਾ, ਖੇੜਾ ਬਖਸ਼ਿਸ਼ ਕੀਤਾ, ਆਨੰਦ ਦਿੱਤਾ ਕਿ ਭਗਤਾਂ ਦੇ ਦੁੱਖ ਸਾਰੇ ਮੁੱਕ ਹੀ ਗਏ, ਖਤਮ ਹੀ ਹੋ ਗਏ। ਪਤਾ ਹੀ ਨਹੀਂ ਦੁੱਖ ਹੁੰਦਾ ਕੀ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਐਸੀਆਂ ਬਖਸ਼ਿਸ਼ਾਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ। ਚੌਥਾ ਅਰਥ ਇਹ ਹੈ ਕਿ ਦੁੱਖਾਂ ਦਾ ਨਿਸ਼ਾਨ ਹੀ ਮਹਾਰਾਜ ਮੇਟ ਦਿੰਦੇ। ਨਿਸ਼ਾਨ ਰਹਿੰਦਾ ਹੀ ਕੋਈ ਨਹੀਂ, ਨਾਮੋ ਨਿਸ਼ਾਨ ਮੇਟ ਦੇਣਾ। ਸਰੀਰ ਤੇ ਜ਼ਖਮ ਹੋ ਜਾਵੇ ਨਾ, ਕੋਈ ਕੱਟ ਲੱਗ ਜਾਵੇ, ਜ਼ਖਮ ਰਾਜੀ ਤੇ ਹੋ ਜਾਂਦਾ, ਪਰ ਚਮੜੀ ਤੇ ਨਿਸ਼ਾਨ ਛੱਡ ਜਾਂਦਾ, ਨਿਸ਼ਾਨ ਰਹਿ ਜਾਂਦਾ। ਉਹ ਨਿਸ਼ਾਨ ਵੇਖ ਕੇ ਸਾਨੂੰ ਚੇਤਾ ਆ ਜਾਂਦਾ ਵੀ 10 20 50 ਸਾਲ ਪਹਿਲਾਂ ਮੇਰੇ ਇੱਥੇ ਇਹ ਸੱਟ, ਇਹ ਜ਼ਖਮ ਲੱਗਾ ਸੀ। ਪਰ ਗੁਰੂ ਇਹੋ ਜਿਹਾ, ਉਹ ਦੁੱਖ ਨੂੰ ਮੇਟਦਾ ਐਸੇ ਹਿਸਾਬ ਦੇ ਨਾਲ ਹੈ ਵੀ ਉਹਦਾ ਨਿਸ਼ਾਨ ਵੀ ਨਹੀਂ ਰਹਿੰਦਾ। ਤੈਨੂੰ ਆਉਣ ਵਾਲੇ ਸਮੇਂ ਵਿੱਚ ਚੇਤਾ ਵੀ ਨਾ ਆਵੇ ਵੀ ਕਦੇ ਮੇਰੇ ਤੇ ਦੁੱਖ ਆਇਆ ਸੀ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਭਾਗੀ। ਐਸਾ ਗੁਰੂ ਮਿਲੇਗਾ ਕਿਤਿਓਂ ਜਿਹੜਾ ਦੁੱਖ ਵੀ ਮੇਟੇ ਤੇ ਦੁੱਖ ਦਾ ਨਿਸ਼ਾਨ ਵੀ ਮੇਟ ਦੇਵੇ, ਤਾਂ ਕਿ ਮੇਰੇ ਸਿੱਖ ਨੂੰ ਆਉਣ ਵਾਲੇ ਸਮੇਂ ਵਿੱਚ ਚੇਤਾ ਹੀ ਨਾ ਰਵੇ, ਉਸ ਸਮੇਂ ਨੂੰ ਯਾਦ ਕਰਕੇ ਕਦੇ ਦੁਖੀ ਨਾ ਹੋਵੇ। ਐਸਾ ਗੁਰੂ ਕਿਰਪਾ ਕਰਦਾ ਹੈ। ਗੁਰੂ ਤੇ ਨਾਮੋ ਨਿਸ਼ਾਨ ਮੇਟ ਦਿੰਦਾ ਦੁੱਖ ਦੇ, ਪਰ ਗੁਰੂ ਦੇ ਕੋਲ ਚੱਲ ਕੇ ਤੇ ਆ ਤਾਂ ਤੇਰੇ ਤੇ ਰਹਿਮਤ ਹੋਣੀ ਹੈ। ਰਾਉ ਹਾਥ ਦੇ ਰੱਖਿਓ ਆਪਣਾ ਕਰ, ਬਿਰਤਾ ਸਗਲ ਮਿਟਾਈ। ਸਤਿਗੁਰੂ ਜਦੋਂ ਹੱਥ ਦੇ ਕੇ ਰੱਖ ਲੈਂਦੇ, ਆਪਣਾ ਬਣਾ ਲੈਂਦੇ, ਬਿਰਥਾ ਨਾਮ ਗੁਰਮੁਖੋ ਪੀੜਾ ਦਾ, ਸਾਰੀਆਂ ਪੀੜਾ ਸਾਰੇ ਦਰਦ ਮਹਾਰਾਜ ਮਿਟਾ ਦਿੰਦੇ। ਗੁਰਬਾਣੀ ਦੇ ਅਰਥ, ਗੁਰਬਾਣੀ ਦੀ ਪੰਕਤੀ ਦੇ ਅਰਥ ਜਿੰਨੇ ਮਰਜ਼ੀ ਕਰ ਲਈਏ, ਪਰ ਗੁਰਮਤਿ ਤੋਂ ਬਾਹਰ ਨਹੀਂ ਹੋਣੇ ਚਾਹੀਦੇ, ਗੁਰੂ ਹੁਕਮ ਤੋਂ ਬਾਹਰ ਨਹੀਂ ਹੋਣੇ ਚਾਹੀਦੇ। ਫਿਰ ਜਿੰਨੇ ਮਰਜ਼ੀ ਹੋ ਜਾ, ਮਨਮੁਖਤਾਈ ਵਾਲਾ ਅਰਥ ਨਹੀਂ ਹੋਣਾ ਚਾਹੀਦਾ, ਕਿੰਤੂ ਵਾਲਾ, ਸ਼ੰਕੇ ਵਾਲਾ ਨਹੀਂ ਹੋਣਾ ਚਾਹੀਦਾ, ਜਿਹੜਾ ਭਰਮ ਪੈਦਾ ਕਰੇ, ਸ਼ਰਧਾ ਪੈਦਾ ਕਰੇ। ਇਹੋ ਜਿਹੇ ਬਚਨਾਂ ਨੂੰ ਤੇ ਸਰਵਣ ਕਰਦੇ ਹੀ ਰਹੀਏ। ਮਹਾਰਾਜ ਕਹਿਣ ਲੱਗੇ ਹਾਥ ਦੇ ਰਾਖਿਓ ਆਪਣਾ ਕਰ। ਜਦੋਂ ਗੁਰੂ ਨੇ ਹੱਥ ਦੇ ਲਿਆ ਨਾ ਸਿਰ ਦੇ ਉੱਪਰ, ਤੇ ਗੁਰਮੁਖੋ ਹੱਥ ਉਹਦੇ ਸਿਰ ਤੇ ਹੀ ਦਿੱਤਾ ਜਾਂਦਾ ਜਿਹੜਾ ਆਪਣਾ ਹੋਵੇ। ਹੁਣ ਗਲੀ ਬਾਜ਼ਾਰ ਸਾਨੂੰ ਕਈ ਲੋਕ ਮਿਲਦੇ, ਅਸੀਂ ਕਿਸੇ ਦੇ ਸਿਰ ਤੇ ਹੱਥ ਨਹੀਂ ਰੱਖ ਸਕਦੇ, ਆਪਣੇ ਧੀ ਪੁੱਤਰ ਦੇ ਹੀ ਰੱਖੀਦਾ ਨਾ। ਤੇ ਜਦੋਂ ਗੁਰੂ ਨੇ ਹੱਥ ਸਾਡੇ ਸਿਰ ਤੇ ਰੱਖਤਾ, ਇਹਦਾ ਮਤਲਬ ਇਹ ਹੋ ਗਿਆ ਵੀ ਅਸੀਂ ਗੁਰੂ ਦੇ ਧੀ ਪੁੱਤਰ ਹੀ ਬਣ ਗਿਆ, ਗੁਰੂ ਸਾਡਾ ਮਾਂ ਬਾਪ ਬਣ ਗਿਆ। ਜਦੋਂ ਗੁਰੂ ਨੇ ਹੱਥ ਹੀ ਸਾਡੇ ਸਿਰ ਤੇ ਰੱਖ ਦਿੱਤਾ, ਬਿਰਥਾ ਸਗਲ ਮਿਟਾਈ। ਸਾਰੀਆਂ ਬਿਰਥਾ ਪੀੜਾਂ ਦਰਦ ਜਿਹੜੇ ਸਨ ਗੁਰੂ ਨੇ ਖਤਮ ਹੀ ਕਰ ਦਿੱਤੇ, ਮਿਟਾ ਹੀ ਦਿੱਤੇ। ਵਜ਼ੀਰ ਖਾਨ ਆਇਆ ਨਾ ਮਹਾਰਾਜ ਜੀਆਂ ਦੇ ਕੋਲ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਹਿੰਦਾ ਪੀੜ ਬੜੀ ਹੁੰਦੀ ਹੈ ਮਹਾਰਾਜ, ਪੇਟ ਵਿੱਚ ਦਰਦ ਬੜਾ ਹੁੰਦਾ। ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਕੋਲ ਭੇਜ ਕੇ ਉਹਦਾ ਸਾਰਾ ਰੋਗ ਖਤਮ ਕਰਕੇ ਪੀੜਾ ਖਤਮ ਹੀ ਕਰ ਦਿੱਤੀਆਂ। ਐਸਾ ਗੁਰੂ ਕਿਰਪਾ ਕਰਦਾ ਹੈ, ਪੀੜਾਂ ਤੇ ਦਰਦਾਂ ਨੂੰ ਮੁਕਾ ਦਿੰਦਾ ਹੈ। ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਜਿਹੜਾ ਜਨ ਬਣ ਜਾਂਦਾ, ਭਗਤ ਬਣ ਜਾਂਦਾ, ਗੁਰੂ ਦੀ ਬਾਣੀ ਪੜ੍ਹਦਾ ਹੈ, ਉਹਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਉਹਦੀ ਨਿੰਦਿਆ ਕਰਨ ਵਾਲੇ ਦਾ ਮੂੰਹ ਕਾਲਾ ਮਹਾਰਾਜ ਨੇ ਆਪੇ ਹੀ ਕਰ ਦੇਣਾ। ਤੂੰ ਨਾਮ ਜਪਿਆ ਕਰ, ਤੂੰ ਬਾਣੀ ਪੜ੍ਹਿਆ ਪਰ ਦੁਨੀਆ ਤੈਨੂੰ ਕੀ ਕਹਿੰਦੀ ਹੈ, ਤੇਰੇ ਬਾਰੇ ਕੀ ਕਹਿੰਦੀ ਹੈ, ਕਿਹਨੂੰ ਕੀ ਕਹਿੰਦੀ ਹੈ, ਛੱਡੇ ਫਿਕਰ ਨਾ ਕਰਿਆ ਕਰ।
ਤੂੰ ਬਾਣੀ ਪੜ੍ਹ, ਤੂੰ ਨਾਮ ਜਪ। ਨਿੰਦਕਾਂ ਦੇ ਮੂੰਹ ਆਪਣੇ ਆਪ ਹੀ ਉਹਨੇ ਕਾਲੇ ਕਰਦੇ ਨੇ, ਕਾਲੇ ਹੋ ਹੀ ਜਾਂਦੇ ਦੁਨੀਆ ਦੇ। ਦੁਨੀਆ ਨੂੰ ਪਤਾ ਲੱਗ ਹੀ ਜਾਣਾ ਹੈ ਕਿਹੜੀ ਕਰਤੂਤ ਦਾ ਮਾਲਕ ਹੈ। ਨਿੰਦਕ ਕੇ ਮੁਖ ਕਾਲੇ ਕੀਏ, ਨਿੰਦਕਾਂ ਦੇ ਮੂੰਹ ਆਪਣੇ ਆਪ ਹੀ ਲਾਹਣਤਾਂ ਪੈ ਪੈ ਕੇ ਕਾਲੇ ਹੋ ਜਾਣੇ, ਕਿਉਂਕਿ ਉਹ ਆਪਣੇ ਜਨਾਂ ਦੀ ਆਪ ਰਾਖੀ ਕਰਨ ਵਾਲਾ ਹੈ। ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ। ਸੱਚਾ ਸਾਹਿਬ ਹੈ ਨਾ, ਜਦੋਂ ਰਾਖੀ ਕਰਦਾ ਆਪਣੇ ਗਲੇ ਨਾਲ ਲਾ ਲੈਂਦਾ। ਜਿਵੇਂ ਮਾਂ ਆਪਣੇ ਪੁੱਤਰ ਨਾਲ ਪਿਆਰ ਕਰਦੀ ਹੈ ਨਾ, ਪੁੱਤਰ ਨੂੰ ਕੋਈ ਦੁੱਖ ਪਵੇ, ਪੁੱਤਰ ਰੋਣ ਲੱਗ ਪਵੇ ਤੇ ਮਾਂ ਘੁੱਟ ਕੇ ਆਪਣੇ ਕਾਲਜੇ ਲਾ ਲੈਂਦੀ, ਸੀਨੇ ਲਾ ਲੈਂਦੀ, ਉਹਦੇ ਦੁੱਖਾਂ ਨੂੰ ਆਪਣੇ ਤੇ ਲੈ ਲੈਂਦੀ ਹੈ। ਕਹਿਣ ਲੱਗੇ ਗੁਰੂ ਵੀ ਭਾਈ ਕੁਝ ਇਸੇ ਤਰ੍ਹਾਂ ਦਾ ਹੀ ਹੈ, ਆਪਣੇ ਸਿੱਖ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਤੇ ਗਲ ਦੇ ਨਾਲ ਲਾ ਕੇ ਬਚਨ ਕਰਦਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਨਹਾਰਾ। ਗੁਰੂ ਐਸਾ ਗਲ ਨੂੰ ਲਾ ਲੈਂਦਾ ਹੈ। ਭਾਈ ਜੈਤੇ ਜੀ ਨੂੰ ਗਲ ਨਾਲ ਲਾ ਕੇ ਆਖਦਾ, ਹੇ ਰੰਗਰੇਟੇ ਗੁਰ ਕੇ ਬੇਟੇ, ਰਹੋ ਪੰਥ ਕੇ ਸੰਗ ਸਮੇਟੇ। ਇਹ ਗੁਰੂ ਕਿਰਪਾ ਕਰਦਾ, ਆਪਣੇ ਆ ਸਿੱਖਾਂ ਨੂੰ, ਦਾਸਾਂ ਨੂੰ, ਗੁਰਮੁਖਾਂ ਨੂੰ ਆਪਣੇ ਗਲੇ ਦੇ ਨਾਲ ਲਾ ਲੈਂਦੇ ਹਨ। ਨਿਰਭਉ ਭਏ ਸਦਾ ਸੁਖ ਮਾਣੈ, ਨਾਨਕ ਹਰ ਗੁਣ ਗਾਏ। ਜਿਨ੍ਹਾਂ ਨੇ ਹਰੀ ਦੇ ਗੁਣ ਗਾਏ ਨੇ ਉਹ ਦੁਨੀਆ ਵੱਲੋਂ ਨਿਰਭਉ ਹੋ ਗਏ, ਦੁਨੀਆ ਵੱਲੋਂ ਨਿਡਰ ਹੋ ਗਏ। ਨਾ ਦੁਨੀਆ ਦਾ ਡਰ, ਨਾ ਜਮਾਂ ਦਾ ਡਰ, ਨਾ ਮੌਤ ਦਾ ਡਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰ ਗੁਣ ਗਾਏ। ਜਿਨ੍ਹਾਂ ਨੇ ਹਰੀ ਦੇ ਗੁਣ ਗਾਏ, ਨਿਰਭਉ ਭੈ, ਉਹ ਡਰ ਤੋਂ ਰਹਿਤ ਹੋ ਗਏ। ਦੁਨੀਆ ਦਾ ਡਰ ਨਹੀਂ ਰਹਿ ਗਿਆ, ਨਾ ਮੌਤ ਦਾ ਡਰ ਰਹਿ ਗਿਆ, ਨਾ ਜਮਾਂ ਦਾ ਡਰ ਰਹਿ ਗਿਆ। ਐਸੀ ਕਿਰਪਾ ਵਾਲੇ ਬਣ ਗਏ। ਅਤੇ ਮਹਾਰਾਜ ਕਹਿਣ ਲੱਗੇ ਸਦਾ ਸੁਖ ਮਾਣੇ, ਫਿਰ ਸੁੱਖਾਂ ਨੂੰ ਮਾਣਦੇ, ਸੁੱਖਾਂ ਦੀ ਪ੍ਰਾਪਤੀ ਕਰਦੇ ਹਨ। ਤਨਾਸਰੀ ਮਹੱਲਾ ਪੰਜਵਾਂ, ਔਖਦ ਤੇਰੋ ਨਾਮ ਦਿਆਲ। ਦਿਆਲੂ ਪਰਮਾਤਮਾ, ਆਪ ਜੀ ਦਾ ਨਾਮ ਔਸ਼ਧੀ ਹੈ। ਦੁੱਖਾਂ ਨੂੰ ਕੱਟਣ ਵਾਲੀ ਆਪ ਜੀ ਦਾ ਨਾਮ ਦਾਰੂ ਹੈ। ਦੁੱਖਾਂ ਨੂੰ ਖਤਮ ਕਰਨ ਵਾਲਾ ਆਪ ਜੀ ਦਾ ਨਾਮ ਦਵਾਈ ਹੈ। ਔਖਦ ਤੇਰੋ ਨਾਮ ਦਿਆਲ। ਦਿਆਲੂ ਪਰਮਾਤਮਾ, ਤੇਰਾ ਨਾਮ ਤੇ ਔਖਦੀ ਕਹੀਏ ਦਵਾਈ ਹੈ। ਦੁਨੀਆ ਦੀਆਂ ਦਵਾਈਆਂ, ਦੁਨੀਆ ਦੇ ਵੈਦ ਹਕੀਮ ਤੇ ਡਾਕਟਰ ਇੱਕ ਵੇਲੇ ਕਹਿ ਦੇਣਗੇ ਵੀ ਸਾਡਾ ਹੁਣ ਇੱਥੋਂ ਅੱਗੇ ਜ਼ੋਰ ਨਹੀਂ ਹੈ, ਅਸੀਂ ਇਸ ਬਿਮਾਰੀ ਨੂੰ ਠੀਕ ਨਹੀਂ ਕਰ ਸਕਦੇ। ਪਰ ਪਰਮਾਤਮਾ ਕਦੇ ਨਹੀਂ ਕਹੇਗਾ ਵੀ ਆਹ ਬਿਮਾਰੀ ਮੈਂ ਠੀਕ ਨਹੀਂ ਕਰ ਸਕਦਾ। ਉਹਦੇ ਕੋਲ ਸਾਰੀਆਂ ਬਿਮਾਰੀਆਂ ਦਾ ਇਲਾਜ ਪਿਆ, ਸਾਰੀਆਂ ਦਵਾਈਆਂ ਹੀ ਉਹਦੇ ਕੋਲ ਨੇ। ਪਰ ਇਹ ਦਵਾਈਆਂ ਮਿਲਦੀਆਂ ਉਹਨੂੰ ਨੇ ਜਿਹਦੇ ਕੋਲ ਉਹਦੇ ਨਾਮ ਦਾ ਨਿਸ਼ਾਨ ਹੁੰਦਾ ਹੈ, ਨਾਮ ਦੀ ਜਿਹਦੇ ਕੋਲ ਪਰਚੀ ਹੁੰਦੀ ਹੈ। ਇਹ ਫਿਰ ਦਵਾਈ ਉਹਨੂੰ ਮਿਲਦੀ ਹੈ, ਉਹ ਦਵਾਈ ਦੇ ਕੇ ਸਾਰੇ ਦੁੱਖਾਂ ਨੂੰ ਤੋੜਨ ਵਾਲਾ ਹੈ। ਮੋਹਿ ਆਤੁਰ ਤੇਰੀ ਗਤ ਨਹੀਂ ਜਾਣੀ। ਮਹਾਰਾਜ ਮੈਂ ਆਤੁਰ ਕਹੀਏ ਬੜਾ ਦੁਖੀ ਹਾਂ। ਮੈਂ ਦੁਨੀਆ ਵਿੱਚ ਰਹਿ ਕੇ ਇੰਨਾ ਦੁਖੀ ਹੋ ਗਿਆ ਵੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਪਰਮਾਤਮਾ ਕੀ ਕਿਰਪਾ ਕਰਦਾ ਹੈ, ਤੂੰ ਕੀ ਕਰ ਸਕਦਾ ਮੇਰੇ ਵਾਸਤੇ। ਮੈਨੂੰ ਦੁਨੀਆ ਨੇ ਦੁਖੀ ਇੰਨਾ ਕਰ ਦਿੱਤਾ, ਮੈਂ ਤੇਰੀ ਕਿਰਪਾ ਨੂੰ ਸਮਝ ਨਹੀਂ ਸਕਿਆ। ਮੈਂ ਤੇ ਦੁਨੀਆ ਵੱਲੋਂ ਭੱਜਦਾ ਰਿਹਾ, ਇੱਧਰੋਂ ਭੱਜ ਕੇ ਇੱਧਰ ਚਲੇ ਜਾਵਾਂ, ਇੱਧਰੋਂ ਭੱਜ ਕੇ ਉੱਧਰ ਚਲੇ ਜਾਵਾਂ, ਇਸ ਦੁੱਖੋਂ ਬਚ ਜਾਵਾਂ, ਉਸ ਦੁੱਖੋਂ ਬਚ ਜਾਵਾਂ। ਸਾਰੀ ਉਮਰ ਭੱਜਦਾ ਰਿਹਾ ਦੁਖੀ ਹੋ ਕੇ, ਪਰ ਤੇਰੀ ਮੈਂ ਬਖਸ਼ਿਸ਼ ਨੂੰ ਜਾਣ ਨਹੀਂ ਸਕਿਆ ਵੀ ਸਾਰੀ ਦੁਨੀਆ ਵੱਲੋਂ ਭੱਜਣ ਦੀ ਬਜਾਏ ਮੈਂ ਗੁਰੂ ਦੇ ਵੱਲ ਭੱਜਾਂ, ਗੁਰੂ ਦੇ ਵੱਲ ਜਾਵਾਂ। ਗੁਰੂ ਮੇਰੇ ਦੁੱਖਾਂ ਨੂੰ ਆਪੇ ਨਿਬੇੜੇਗਾ। ਮਹਾਰਾਜ ਦੁਨੀਆ ਦੇ ਵੱਲੋਂ ਦੁਖੀ ਹੋ ਕੇ ਮੈਂ ਤੇਰੀ ਗਤ ਮਰਿਆਦਾ ਨੂੰ ਜਾਣ ਨਹੀਂ ਸਕਿਆ। ਹਾਂ, ਤੂੰ ਆਪ ਕਰੈ ਪ੍ਰਤਪਾਲ। ਆਪ ਹੀ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲੇ ਹੋ। ਰਹਾਓ ਧਾਰ ਅਨੁਗ੍ਰਹੋ ਸੁਆਮੀ ਮੇਰੇ, ਦੁਤੀਆਂ ਭਾਉ ਨਿਵਾਰ। ਜਿਨ੍ਹਾਂ ਦੇ ਉੱਪਰ ਸੁਆਮੀ ਪਰਮਾਤਮਾ ਗੁਰੂ ਅਨੁਗ੍ਰਹ ਕਹੀਏ ਕਿਰਪਾ ਕਰਦਾ ਹੈ, ਦੁਤੀਆ ਭਾਵ ਦਵੈਤ ਭਾਵ ਉਹਨਾਂ ਗੁਰਮੁਖਾਂ ਦੀ ਖਤਮ ਹੋ ਜਾਂਦੀ ਹੈ। ਬੰਧਨ ਕਾਟ ਲਿਹੋ ਆਪਣੇ ਕਰ, ਕਬੂ ਨ ਆਵੈ ਹਾਰ। ਜਿਨ੍ਹਾਂ ਦੇ ਬੰਧਨ ਕੱਟ ਕੇ ਗੁਰੂ ਆਪਣੇ ਬਣਾ ਲੈਂਦਾ ਹੈ। ਸਤਿਗੁਰ ਸਿੱਖ ਹੈ, ਬੰਧਨ ਕੱਟ ਹੈ। ਜਿਨ੍ਹਾਂ ਦੇ ਬੰਧਨ ਕੱਟ ਕੇ ਗੁਰੂ ਆਪਣੇ ਬਣਾ ਲੈਂਦਾ ਹੈ, ਕਦੇ ਨਾ ਆਵੈ ਹਾਰ। ਉਹਨਾਂ ਨੂੰ ਜ਼ਿੰਦਗੀ ਵਿੱਚ ਕਦੇ ਹਾਰ ਦਾ ਮੂੰਹ ਨਹੀਂ ਵੇਖਣਾ ਪੈਂਦਾ, ਕਿਉਂਕਿ ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਉਹਨਾਂ ਦੇ ਸਿਰ ਦੇ ਉੱਪਰ ਪੂਰਾ ਗੁਰੂ ਖਲੋਤਾ, ਫਿਰ ਉਹਨਾਂ ਦੀ ਹਾਰ ਕਿਵੇਂ ਹੋਵੇ ਜ਼ਿੰਦਗੀ ਵਿੱਚ ਨਹੀਂ ਹੁੰਦੀ ਹੈ। ਐਸੀ ਕਿਰਪਾ ਪ੍ਰਾਪਤ ਕਰਦੇ ਹਨ। ਤੇਰੀ ਸ਼ਰਨ ਪਿਆ ਹੋ ਜੀਵਾ,
ਤੂੰ ਸਮਰੱਥ ਪੁਰਖ ਮਿਹਰਬਾਨ। ਸਤਿਗੁਰੂ ਬਖਸ਼ਿਸ਼ ਕਰਦੇ, ਆਪ ਜੀ ਦੀ ਸ਼ਰਨ ਵਿੱਚ ਪੈ ਕੇ ਜਿਉਣਾ ਹੁੰਦਾ ਹੈ। ਆਪ ਜੀ ਸਮਰੱਥ ਹੋ, ਮਿਹਰਬਾਨ ਹੋ, ਆਪ ਜੀ ਐਸੇ ਪੁਰਖ ਹੋ ਜੋ ਹਮੇਸ਼ਾ ਮਿਹਰ ਕਰਦੇ, ਤੇ ਆਪ ਜੀ ਦੀ ਸ਼ਰਨ ਵਿੱਚ ਪੈ ਕੇ ਜ਼ਿੰਦਗੀ ਹੈ। ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਤ ਕੁਰਬਾਨ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇੱਥੇ ਸ਼ਬਦ ਸੰਪੂਰਨ ਕਰਦੇ, ਕਹਿਣ ਲੱਗੇ ਅੱਠੇ ਪੈਰ ਆਪ ਜੀ ਦੇ ਨਾਮ ਦਾ ਆਰਾਧਨ ਕਰਦੇ ਹਾਂ। ਅੱਠੇ ਪੈਰ ਆਪ ਜੀ ਦੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਾਰੀ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਜਿਸ ਨਾਮ ਨੂੰ ਜਪ ਕੇ ਲੋਕ ਦੇ ਸੁਖ ਤੇ ਪਰਲੋਕ ਦੇ ਸੁਖ ਮਿਲੇ, ਜਿਸ ਨਾਮ ਨੂੰ ਜਪ ਕੇ ਲੋਕ ਦੇ ਪਦਾਰਥ ਤੇ ਪਰਲੋਕ ਦੇ ਸੁਖ ਮਿਲ ਗਏ, ਐਸੇ ਨਾਮ ਤੋਂ, ਐਸੇ ਗੁਰੂ ਤੋਂ ਕੁਰਬਾਨ ਜਾਈਏ, ਸਦਕੇ ਜਾਣਾ ਕਰੀਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸ ਜਾਵੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦੇਵ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਤੇਰੀ ਸਰਨ ਪਿਆ ਹੋ ਜੀਵਾ, ਤੂੰ ਸਮਰੱਥ ਪੁਰਖ ਮਿਹਰਬਾਨ। ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਤ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ।